ਤੁਸੀਂ ਕਿਹਾ ਸੀਗਾ 75-25 ਦੀ ਸਰਕਾਰ ਹੈਗੀ, ਲੱਗਦਾ ਉਹ ਪਰਸੈਪਸ਼ਨ ਟੁੱਟ ਗਈ ਹੈਗੀ। ਸਿੱਧੂ ਕਿਉਂ ਕਹਿੰਦੇ ਨੇ ਕਿ 75-25 ਅਜੇ ਵੀ ਚੱਲਦਾ ਪਿਆ ਹੈ? ਨੁਕਸਾਨ ਹੁੰਦਾ ਇਸ ਦੇ ਨਾਲ ਪਾਰਟੀ ਨੂੰ? ਹਾਂ, ਨੁਕਸਾਨ ਤੇ ਹੁੰਦਾ। ਸਿੱਧੂ ਸਾਹਿਬ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਇਸ ਬਾਰੇ। ਆਪ ਹੀ ਜਾ ਕੇ ਸੀਟਾਂ ਦੇ ਉੱਤੇ ਉਹਨਾਂ ਨੇ ਅਨਾਉਂਸਮੈਂਟਸ ਕਰ ਦਿੱਤੀਆਂ ਹੈਗੀਆਂ। ਸਿੱਧੂ ਸਾਹਿਬ ਨਵੇਂ ਆਏ ਨੇ ਪਾਰਟੀ 'ਚ, ਉਹਨਾਂ ਨੂੰ ਹਜੇ ਵਰਕਿੰਗ ਕਾਂਗਰਸ ਦੀ ਵਰਕਿੰਗ ਪਾਰਟੀ ਦਾ ਪੂਰਾ ਪਤਾ ਨਹੀਂ। ਪ੍ਰੋ ਪੰਜਾਬ ਟੀਵੀ ਦੇ ਉੱਤੇ ਹੀ ਰਾਣਾ ਗੁਰਜੀਤ ਉਹਨਾਂ ਨੇ ਇੰਟਰਵਿਊ ਦਿੱਤੀ ਆ। ਉਹ ਕਹਿੰਦੇ ਕਿ ਚੰਨੀ ਨੂੰ ਹੀ ਮੌਕਾ ਦੁਬਾਰਾ ਦੇਣਾ ਚਾਹੀਦਾ ਹੈ। ਮੈਂ ਇਸ ਗੱਲ ਦੇ ਹੱਕ 'ਚ ਹਾਂ। ਜੇ ਕੋਈ ਹੋਰ ਸੀਐਮ ਹੁੰਦਾ ਤਾਂ ਲੱਗਦਾ ਫਿਰ ਧੋਖਾ ਹੋਊਗਾ ਲੋਕਾਂ ਨੂੰ। ਜੀ ਹੁਣ ਦੂਜਾ ਸੀਐਮ ਲਿਆਉਣ ਦੀ ਲੋੜ ਹੀ ਕੋਈ ਨਹੀਂ। ਜਦੋਂ ਕੰਮ ਵਧੀਆ ਕਰ ਰਿਹਾ ਸੀ, ਸੈਟੀਸਫਾਈਡ ਆ। ਉਹ ਕਹਿੰਦੇ ਕਿ ਜੇ ਮੈਂ ਮੁੱਖ ਮੰਤਰੀ ਹੋਵਾਂ, ਜੇ ਮੈਨੂੰ ਪਾਵਰ ਮਿਲੇ ਤਾਂ ਮੈਂ ਇਹ ਚੀਜ਼ ਕਰ ਦੇਵਾਂ, ਮੈਂ ਸਾਰੀ ਕਰਪਸ਼ਨ ਦੂਰ ਕਰ ਦੇਵਾਂ। ਜੋ ਚੀਜ਼ਾਂ ਮਾਈਨਿੰਗ ਦੇ ਵਿੱਚ ਹੋ ਰਹੀਆਂ ਨੇ, ਲੀਕਰ ਪਾਲਿਸੀ ਦੀ ਗੱਲ ਕਰਦੇ ਹੈਗੇ ਨੇ, ਕਹਿੰਦੇ ਮੈਨੂੰ ਪਾਵਰ ਮਿਲਣੀ ਚਾਹੀਦੀ ਹੈਗੀ ਹੈ। ਲੱਗਦਾ ਸਿੱਧੂ ਕੋਲ ਪਾਵਰ ਇਹ ਆ ਸਕਦੀ ਹੈ। ਚਲੋ ਜੀ, ਬੈਸਟ ਆਫ ਲੱਕ ਟੂ ਹਿਮ। ਇਸ ਵਾਰ ਕਾਂਗਰਸ ਨੇ ਨਵੇਂ ਚਿਹਰਿਆਂ ਨੂੰ ਪਾਰਟੀ ਦੇ ਵਿੱਚ ਲੈ ਕੇ ਆਇਆ, ਜਿਵੇਂ ਸਿੱਧੂ ਮੂਸੇਵਾਲਾ ਹੋ ਗਏ, ਮਾਲਵਿਕਾ ਸੂਦ ਹੋ ਗਏ। ਇਹਨਾਂ ਦਾ ਪਾਰਟੀ ਨੂੰ ਕੀ ਲੱਗਦਾ ਕੀ ਫਾਇਦਾ ਮਿਲੂ? ਚਲੋ ਜੀ, ਆਏ ਨੇ, ਪਰ ਮੇਰੀ ਸੋਚ ਬਿਲਕੁਲ ਉਲਟਾ। ਜਿਹੜੇ ਪਾਰਟੀ ਨਾਲ ਲੜਦੇ ਮਰਦੇ ਰਹੇ ਨੇ, ਉਹਨਾਂ ਨੂੰ ਛੱਡ ਕੇ ਇਸ ਤਰ੍ਹਾਂ ਦੇ ਨਹੀਂ ਬਾਹਰੋਂ ਲਿਆਉਣੇ ਚਾਹੀਦੇ। ਇਹ ਵੀ ਡਿਮਾਂਡ ਉੱਠੀ ਕਿ ਸਿੱਧੂ ਵਰਸਸ ਮਜੀਠੀਆ ਹੋਣਾ ਚਾਹੀਦਾ ਹੈਗਾ, ਤਾਂ ਮਾਝੇ ਦੇ ਜਰਨੈਲਾਂ ਦੀ ਕਹਿੰਦੇ ਟੱਕਰ ਹੋਣੀ ਚਾਹੀਦੀ ਹੈਗੀ ਹੈ। ਤਾਂ ਇਹ ਚੀਜ਼ ਜੇ ਹੁੰਦੀ ਤਾਂ ਲੱਗਦਾ ਹੈ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਅਲੱਗ ਸੁਨੇਹਾ ਦੇ ਪਾਉਂਦਾ। ਕਾਂਗਰਸ ਦੇ ਵਰਕਰ ਇਹ ਗੱਲ ਕਹਿ ਰਹੇ ਨੇ, ਕਹਿੰਦੇ ਕਿ ਇੱਕ ਪਲੇਟਫਾਰਮ ਦੇ ਉੱਤੇ ਅਜੇ ਵੀ ਕਾਂਗਰਸ ਨਜ਼ਰ ਨਹੀਂ ਆ ਰਹੀ ਹੈਗੀ। ਸੁਰ ਸਭ ਦੇ ਵੱਖੋ ਵੱਖ ਹੈਗੇ ਨੇ। ਸਿੱਧੂ ਲੱਗ ਰਾਹ ਦੇ ਉੱਤੇ ਹੈਗੇ ਨੇ, ਚੰਨੀ ਲੱਗ ਰਾਹ ਦੇ ਉੱਤੇ ਨੇ, ਚਾਖੜੋਣੀ ਲੱਗ ਰਾਹ ਦੇ ਉੱਤੇ ਹੈਗੇ ਨੇ। ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਅੱਖ ਹੈਗੀ ਹੈ ਕਿ ਪੰਜਾਬ ਨੂੰ ਮੈਂ ਚਲਾਵਾਂ। ਬਿਲਕੁਲ, ਕਿਸੇ ਨੂੰ ਇਸ ਬਾਰੇ ਕੋਈ ਸ਼ੱਕ ਹੀ ਨਹੀਂ ਹੈਗਾ। ਇਹ ਚਰਚਾਵਾਂ ਸੀਗੀਆਂ ਕਿ ਤ੍ਰਿਪਰਿੰਦਰ ਸਿੰਘ ਬਾਜਵਾ ਹੋਣੀ ਬਟਾਲੇ ਤੋਂ ਚੋਣ ਲੜਨਾ ਚਾਹੁੰਦੇ ਨੇ। ਬਟਾਲੇ ਦੇ ਲੋਕ ਇਹ ਮੰਗ ਕਰਨ ਲੱਗ ਪਏ ਵੀ ਮੈਂ ਬਟਾਲੇ ਦੇ ਇਲੈਕਸ਼ਨ ਲੜਾਂ। ਬਟਾਲੇ ਦੇ ਕੌਂਸਲਰ ਵਗੈਰਾ, ਬਟਾਲੇ ਦੇ ਪੰਚਾਂ ਸਰਪੰਚਾਂ ਨੇ ਮੰਗ ਕੀਤੀ ਹੈ ਲੋਕਾਂ ਉਹਨਾਂ ਕੋਲੋਂ, ਹਾਈਕਮਾਂਡ ਕੋਲੋਂ। ਜੋ 5 ਜਨਵਰੀ ਨੂੰ ਹੁੰਦਾ ਹੈਗਾ, ਉਸ ਤੋਂ ਬਾਅਦ ਕੀ ਲੱਗਦਾ ਕਿ ਕੁਝ ਪੋਲਰਾਈਜ਼ ਕਰ ਪਾਊਗੀ ਭਾਜਪਾ, ਜਿਵੇਂ ਦੇ ਲੀਡਰ ਸ਼ਾਮਲ ਕਰਵਾ ਰਹੀ ਹੈ ਕਾਂਗਰਸ ਦੇ? ਉਹਨਾਂ ਦੀ ਪਾਲਿਸੀ ਕੁਝ ਹੋਰ ਤਰ੍ਹਾਂ ਦੀ ਹੈ, ਬੜੀ ਡੂੰਘੀ ਪਾਲਿਸੀ ਹੈ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ। ਪੰਜਾਬ ਦੀ ਰਾਜਨੀਤੀ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਮਾਝੇ ਵਾਲੇ ਸਿਆਸਤ ਦੇ ਮਾਹੌਲ ਨੂੰ ਪਹਿਲਾਂ ਹੀ ਭਾਂਪ ਲੈਂਦੇ ਨੇ। ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵਾਰ ਜੇਕਰ ਸਭ ਤੋਂ ਵੱਡੇ ਭੁਚਾਲ ਦੀ ਗੱਲ ਕਰੀਏ ਤਾਂ ਪਿਛਲੇ 5 ਸਾਲਾਂ ਦੇ ਵਿੱਚ 4.5 ਸਾਲ ਬਾਅਦ ਜੇ ਕਾਂਗਰਸ ਦੇ ਵਿੱਚ ਭੁਚਾਲ ਆਇਆ ਤਾਂ ਉਸ ਦੇ ਵਿੱਚ ਵੀ ਮਾਝਾ ਬ੍ਰਿਗੇਡ ਦਾ ਇੱਕ ਵੱਡਾ ਯੋਗਦਾਨ ਰਿਹਾ ਹੈ। ਇਸ ਵੇਲੇ ਸਾਡੇ ਨਾਲ ਨੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਰਿੰਦਰ ਸਿੰਘ ਬਾਜਵਾ, ਜਿਨ੍ਹਾਂ ਨੂੰ ਪਾਰਟੀ ਨੇ ਫਤਿਹਗੜ੍ਹ ਚੂੜੀਆਂ ਤੋਂ ਉਮੀਦਵਾਰ ਐਲਾਨਿਆ ਹੈ। ਬਾਜਵਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਦੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਅਸੀਂ ਮਾਝਾ ਬ੍ਰਿਗੇਡ ਨਹੀਂ ਤੇ ਵਰਕਰ ਹਾਂ ਕਾਂਗਰਸ ਦੇ ਜੀ। ਸਾਨੂੰ ਐਵੇਂ ਗਲਤ ਨਾਂ ਦਿੱਤਾ ਗਿਆ ਮਾਝਾ ਬ੍ਰਿਗੇਡ ਵਾਲੀ ਕੋਈ ਗੱਲ ਨਹੀਂ। ਸਿੰਪਲ ਵਰਕਰ ਆ ਤੇ ਕਾਂਗਰਸ ਦੇ ਵਰਕਰ ਆ। ਇਹ ਮਾਝਾ ਬ੍ਰਿਗੇਡ ਤੋਂ ਵੱਡੇ ਡਰ ਜਾਂਦੇ ਹੈਗੇ ਨੇ, ਔਰ ਇਹ ਮਾਝਾ ਬ੍ਰਿਗੇਡ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਨੂੰ ਹਿਲਾ ਦਿੱਤਾ। ਨਹੀਂ, ਅਸੀਂ ਨਹੀਂ ਕੁਰਸੀ ਨੂੰ ਹਿਲਾਇਆ, ਉਹਨਾਂ ਆਪਣੀ ਕੁਰਸੀ ਨੂੰ ਆਪ ਹੀ ਹਿਲਾਇਆ, ਅਸੀਂ ਨਹੀਂ ਹਿਲਾਇਆ। ਅਸੀਂ ਉਹਨਾਂ ਦੇ ਮੁਕਾਬਲੇ ਕੁਛ ਵੀ ਨਹੀਂ ਹੈਗੇ। ਅਸੀਂ ਆਮ ਘਰਾਂ ਦੇ ਬੱਚੇ ਹੈਗੇ ਆ, ਉਹ ਤੇ ਰਾਜੇ ਮਹਾਰਾਜੇ ਨੇ। ਅਸੀਂ ਨਹੀਂ ਉਹਨਾਂ ਨੂੰ ਹਿਲਾਇਆ। ਕੁਝ ਉਹਨਾਂ ਦੀ ਆਪਣੀ ਵਰਕਿੰਗ ਨਹੀਂ ਸਾਰਾ ਕੰਮ ਕ੍ਰੀਏਟ ਕੀਤਾ। ਕਿਵੇਂ ਵੇਖਦੇ ਹੋ ਹੁਣ ਬਾਜਵਾ ਸਾਹਿਬ 111 ਦਿਨਾਂ ਤੋਂ ਬਾਅਦ ਇੱਕ ਵਾਰ ਫੇਰ ਤੋਂ ਲੋਕਾਂ ਦੇ ਵਿੱਚ ਜਾਣਾ ਹੈ? 111 ਦਿਨਾਂ ਦਾ ਕਾਰਜਕਾਲ ਵੀ ਦੱਸ ਰਹੇ ਹੈਗੇ ਹੋ। ਸਭ ਤੋਂ ਪਹਿਲਾਂ ਤਾਂ ਜੋ ਪਾਰਟੀ ਨੇ ਫਤਿਹਗੜ੍ਹ ਚੂੜੀਆਂ ਤੋਂ ਇਹ ਤੁਹਾਨੂੰ ਉਮੀਦਵਾਰ ਉਤਾਰਿਆ ਹੈ, ਖੁਸ਼ ਹੈਗੀ ਹੋ, ਸੈਟੀਸਫਾਈਡ ਹੈਗੀ ਹੋ? ਬਿਲਕੁਲ ਜੀ, ਸੈਟੀਸਫਾਈਡ ਆ। ਜਿੱਥੇ ਹੁਣ ਪਾਰਟੀ ਨੇ ਡਿਊਟੀ ਲਾਤੀ, ਉੱਥੇ ਆਪਣੀ ਡਿਊਟੀ ਪੂਰੀ ਕਰਾਂਗੇ। ਪਰ ਕਿਤੇ ਨਾ ਕਿਤੇ ਇਹ ਚਰਚਾਵਾਂ ਸੀਗੀਆਂ ਕਿ ਤ੍ਰਿਪਰਿੰਦਰ ਸਿੰਘ ਬਾਜਵਾ ਹੋਣੀ ਬਟਾਲੇ ਤੋਂ ਚੋਣ ਲੜਨਾ ਚਾਹੁੰਦੇ ਨੇ। ਬਹੁਤ ਸਾਰਾ ਕੰਮ ਤੁਸੀਂ ਉੱਥੇ ਕਰਵਾਇਆ, ਲਗਾਤਾਰ ਉੱਥੇ ਤੁਹਾਡੀ ਇਨਵੋਲਵਮੈਂਟ ਬਹੁਤ ਜ਼ਿਆਦਾ ਸੀਗੀ, ਉੱਥੇ ਦੇ ਵਿਕਾਸ ਨੂੰ ਲੈ ਕੇ ਤੁਸੀਂ ਬਹੁਤ ਚਿੰਤਤ ਸੀਗੇ। ਤਾਂ ਬਟਾਲਾ ਫਿਰ ਵੀ ਚਾਹੁੰਦੇ ਸੀਗੇ ਜੇ ਮਿਲ ਜਾਂਦੀ ਤਾਂ ਇੱਕ ਐਜ ਹੋ ਜਾਂਦਾ। ਦੇਖੋ, ਬਟਾਲੇ ਦੇ ਵਿੱਚ ਬਾਬਾ ਨਾਨਕ ਜੀ ਦੇ 550 ਸਾਲਾਂ ਦਾ ਦਿਨ ਆ ਗਿਆ, ਸ਼ੁਭ ਦਿਹਾੜਾ ਆ ਗਿਆ। ਉਹਦੇ 'ਚ ਕਿਉਂਕਿ ਉੱਥੋਂ ਦਾ MLA ਹਾਰ ਚੁੱਕਾ ਸੀ ਤੇ ਮੇਰੀ ਡਿਊਟੀ ਲੱਗ ਗਈ ਤੇ ਮੈਂ ਨੇਕ ਨੀਤੀ ਨਾਲ ਉਸ ਕੰਮ ਨੂੰ, ਬਟਾਲੇ ਦੀ ਡਿਵੈਲਪਮੈਂਟ 'ਚ ਪੂਰਾ ਧਿਆਨ ਦਿੱਤਾ ਤੇ ਉਸ ਧਿਆਨ ਦੇਣ ਨਾਲ ਬਟਾਲੇ ਦੀ ਡਿਵੈਲਪਮੈਂਟ ਥੋੜਾ ਚੰਗੇ ਤਰੀਕੇ ਨਾਲ ਹੋ ਗਈ। ਇਸ ਕਰਕੇ ਬਟਾਲੇ ਦੇ ਲੋਕ ਇਹ ਮੰਗ ਕਰਨ ਲੱਗ ਪਏ ਵੀ ਮੈਂ ਬਟਾਲੇ ਤੋਂ ਇਲੈਕਸ਼ਨ ਲੜਾਂ
ਤੇ ਸਰ ਪਾਰਟੀ ਨੇ ਮੈਨੂੰ ਫਤਿਹਗੜ੍ਹ ਚੂੜੀਆਂ ਦਿੱਤੀਆਂ ਤੇ ਮੈਂ ਫਤਿਹਗੜ੍ਹ ਚੂੜੀਆਂ ਵੀ ਲੜਨਾ ਕਿਉਂਕਿ ਮੇਰਾ ਹਲਕਾ ਫਤਿਹਗੜ੍ਹ ਚੂੜੀਆਂ ਹੈ। ਇਸ ਤੋਂ ਬਾਅਦ ਗੱਲਬਾਤ ਹੋਈ ਪਾਰਟੀ ਨਾਲ ਜਾਂ ਕੋਸ਼ਿਸ਼ ਕੀਤੀ ਕਿ ਦੇਖ ਲਓ ਜੇ ਵੀ ਜੇਕਰ ਵਿਚਾਰ ਕਰ ਸਕਦੇ ਹੈਗੇ ਹੋ ਸੀਟ ਚੇਂਜ ਹੋ ਜਾਵੇ, ਬਟਾਲਾ ਜੇਕਰ ਮਿਲ ਜਾਂਦੀ ਹੈ ਤਾਂ ਉਹ ਪਾਰਟੀ ਵਾਸਤੇ ਹੀ ਫਾਇਦੇਮੰਦ ਹੋਵੇਗੀ? ਦੇਖੋ ਤੇ ਬਟਾਲੇ ਦੇ ਕਾਉਂਸਲਰ ਵਗੈਰਾ ਬਟਾਲੇ ਦੇ ਪੰਚਾਂ ਸਰਪੰਚਾਂ ਨੇ ਮੰਗ ਕੀਤੀ ਹੈ ਲੋਕਾਂ ਉਹਨਾਂ ਕੋਲੋਂ, ਹਾਈ ਕਮਾਂਡ ਕੋਲੋਂ, ਪਰ ਹਾਈ ਕਮਾਂਡ ਦਾ ਕੰਮ ਹੈ ਦੇਖਣਾ ਕੀ ਕਰਦੇ ਕੀ ਨਹੀਂ ਕਰਦੇ। ਮੈਂ ਤਾਂ ਆਪਣਾ ਵਰਕ ਫਤਿਹਗੜ੍ਹ ਚੂੜੀਆਂ 'ਚ ਕਰਦਾ, ਉੱਥੇ ਮੇਰਾ ਵਰਕ ਚਾਲੂ ਹੈ। ਪਰ ਕੀ ਲੱਗਦਾ ਹੈਗਾ ਬਾਜਵਾ ਸਾਹਿਬ, ਜਿਸ ਤਰੀਕੇ ਦੇ ਨਾਲ ਹਾਈ ਕਮਾਂਡ ਨੇ ਇਹ ਟਿਕਟ ਅਲੋਟਮੈਂਟ ਕੀਤੀਆਂ ਹੈਗੀਆਂ ਨੇ, ਕੀ ਲੱਗਦਾ ਸਾਰੀਆਂ ਸੀਟਾਂ ਦੇ ਉੱਤੇ ਟਿਕਟ ਅਲੋਟਮੈਂਟ ਸਹੀ ਹੋਈਆਂ ਨੇ? ਕਿਉਂਕਿ ਮਜੀਠਾ ਦੀ ਹੁਣੇ ਆਪਾਂ ਜੇਕਰ ਗੱਲ ਕਰਦੇ ਹੈਗੇ ਹਾਂ, ਤੁਸੀਂ ਭਗਵੰਤ ਪਾਲ ਸੱਚਰ ਉਹਨਾਂ ਨੂੰ ਪਾਰਟੀ ਦੇ ਵਿੱਚ ਦੁਬਾਰਾ ਤੋਂ ਸ਼ਾਮਲ ਕਰਵਾਇਆ, ਕੱਲ ਨਾਰਾਜ਼ ਹੋ ਗਏ ਸੀ, ਭਾਜਪਾ ਚਲੇ ਗਏ ਸੀਗੇ। ਮਜੀਠਾ ਨੂੰ ਕਿਉਂ ਨਜ਼ਰਅੰਦਾਜ਼ ਕਾਂਗਰਸ ਦੇ ਵੱਲੋਂ ਕੀਤਾ ਜਾਂਦਾ? ਕਿ ਬਹੁਤ ਹੌਟ ਸੀਟ ਹੈਗੀ ਹੈ, ਲੱਗਦਾ ਨਹੀਂ ਇੱਥੇ ਕੋਈ ਵੱਡਾ ਕਦਾਵਰ ਲੀਡਰ ਉਤਾਰਨਾ ਚਾਹੀਦਾ ਪਾਰਟੀ ਨੂੰ? ਦੇਖੋ ਇਹ ਮੈਂ ਇੱਕ ਬਹੁਤ ਛੋਟਾ ਵਰਕਰ ਹਾਂ, ਹਾਈ ਕਮਾਂਡ ਦਾ ਕੰਮ ਹੈ, ਸੋਚ ਵਿਚਾਰ ਕਰੇਗੀ। ਪਰ ਮੈਂ ਸਮਝਣਾ ਵੀ ਭਗਵੰਤ ਪਾਲ ਸੱਚਰ ਇੱਕ ਚੰਗਾ ਕੈਂਡੀਡੇਟ ਹੈ, ਬੜਾ ਪੁਰਾਣਾ ਵਰਕਰ ਹੈ। ਕੱਲ ਇਮੋਸ਼ਨਲ ਹੋ ਕੇ ਉਹਨੇ ਇਹ ਗਲਤੀ ਕੀਤੀ, ਪਰ ਅੱਜ ਉਹ ਵਾਪਸ ਆ ਗਿਆ, ਵੈਲਕਮ ਹੈ। ਸੋ ਮੈਂ ਚਾਹਾਂਗਾ ਵੀ ਹਾਈ ਕਮਾਂਡ ਇਹਦੇ ਬਾਰੇ ਰੀਥਿੰਕ ਕਰੇ। ਔਰ ਜਿਸ ਤਰੀਕੇ ਦੇ ਨਾਲ ਐਮਪੀਜ਼ ਦੀ ਅਸੀਂ ਗੱਲ ਕਰ ਲੈਂਦੇ ਹੈਗੇ, ਉਹ ਵੀ ਕਹਿ ਰਹੇ ਸੀ, ਹਾਲਾਂਕਿ ਇਹ ਵੀ ਡਿਮਾਂਡ ਉੱਠੀ ਕਿ ਸਿੱਧੂ ਵਰਸਸ ਮਜੀਠੀਆ ਹੋਣਾ ਚਾਹੀਦਾ ਹੈਗਾ, ਤਾਂ ਮਾਝੇ ਦੇ ਜਰਨੈਲਾਂ ਦੀ ਕਹਿੰਦੇ ਟੱਕਰ ਹੋਣੀ ਚਾਹੀਦੀ ਹੈਗੀ ਹੈ। ਤਾਂ ਇਹ ਚੀਜ਼ ਜੇ ਹੁੰਦੀ ਤਾਂ ਲੱਗਦਾ ਹੈ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਅਲੱਗ ਸੁਨੇਹਾ ਦੇ ਪਾਉਂਦੀ। ਦੇਖੋ ਇਹ ਫੈਸਲਾ ਸਿੱਧੂ ਸਾਹਿਬ ਦਾ ਆਪਣਾ ਜਾਂ ਹਾਈ ਕਮਾਂਡ ਦਾ ਵਾ, ਮੈਂ ਕਿਸੇ ਨੂੰ ਫੋਰਸ ਨਹੀਂ ਕਰ ਸਕਦਾ। ਇਹ ਸਿੱਧੂ ਸਾਹਿਬ ਦੀ ਸੋਚਣ ਉਹਨਾਂ ਕੀ ਕਰਨਾ, ਤੇ ਜਾਂ ਹਾਈ ਕਮਾਂਡ ਸੋਚੇ ਵੀ ਉਹਨਾਂ ਕਿਹਨੂੰ ਕਿਹਦੇ ਮੁਕਾਬਲੇ ਲੜਾਉਣਾ। ਬਾਜਵਾ ਸਾਹਿਬ ਤੁਹਾਡੇ ਗੱਲ ਕਰਦੇ ਹੈਗੇ ਆ ਹਲਕੇ ਦੀ, ਕੀ ਮੁੱਖ ਕਾਰਨ ਲੱਗਦੇ ਹੈਗੇ ਨੇ ਲੋਕ ਇੱਕ ਵਾਰ ਫੇਰ ਤੋਂ ਤੁਹਾਡੇ ਉੱਤੇ ਭਰੋਸਾ ਜਤਾਉਣਗੇ? ਇਹੋ ਜਿਹੇ ਕਿਹੜੇ 5 ਕੰਮ ਤੁਸੀਂ ਗਿਣਾ ਸਕਦੇ ਹੈਗੇ ਹੋ ਜਿਸ ਨਾਲ ਲੋਕ ਸੋਚਣ ਕਿ ਹਾਂ ਤ੍ਰਿਪਤਰਿੰਦਰ ਸਿੰਘ ਬਾਜਵਾ ਨੇ ਇਹ ਕੰਮ ਸਾਡੇ ਵਾਸਤੇ ਕੀਤੇ ਨੇ? ਦੇਖੋ ਕੰਮ ਤਾਂ ਮੈਂ ਹਰ ਪਿੰਡ 'ਚ ਹਰ ਜਗ੍ਹਾ ਕੀਤਾ ਵਾ, ਫਤਿਹਗੜ੍ਹ ਚੂੜੀਆਂ 'ਚ ਕੀਤਾ ਵਾ, ਤੇ ਮੈਨੂੰ ਆਸ ਹੈ ਵੀ ਫਤਿਹਗੜ੍ਹ ਚੂੜੀਆਂ ਦੇ ਲੋਕ ਮੇਰੇ ਤੇ ਫਿਰ ਮਿਹਰ ਭਰੇ ਹੱਥ ਰੱਖਣਗੇ। ਬਾਕੀ ਇੱਕ ਪਿੰਡ 'ਚ ਨਹੀਂ, ਹਰ ਪਿੰਡ 'ਚ ਮੈਂ ਡਿਵੈਲਪਮੈਂਟ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕੁਝ ਹੋਈ ਹੈ, ਪਰ ਮੈਂ ਇਹ ਨਹੀਂ ਕਹਿ ਸਕਦਾ ਵੀ ਸਾਰਾ ਕੁਝ ਹੀ ਠੀਕ ਹੋ ਗਿਆ ਵਾ। ਡਿਵੈਲਪਮੈਂਟ ਹੈ ਇੱਕ ਐਸਾ ਇਸ਼ੂ ਹੈ ਜਿਹੜਾ ਸਦਾ ਹੀ ਚੱਲਦਾ ਰਹਿੰਦਾ। ਸੋ ਪਰ ਮੈਂ ਆਪਣੀ ਡਿਊਟੀ ਸਿੰਸੀਅਰਲੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਈ ਗੱਲਾਂ ਰਹਿ ਵੀ ਗਈਆਂ ਹੋਣਗੀਆਂ, ਪਰ ਮੇਰਾ ਖਿਆਲ ਹੈ ਵੀ ਲੋਕ ਮੇਰੇ ਤੇ ਮਿਹਰ ਭਰੇ ਹੱਥ ਰੱਖਣਗੇ। ਕਿਉਂਕਿ ਨਾਰਾਜ਼ਗੀਆਂ ਵੀ ਲੋਕਾਂ ਦੀਆਂ ਹੋ ਜਾਂਦੀਆਂ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਦੂਸਰੀ ਕੌਂਸਟੀਟੂਐਂਸੀ ਦੇ ਵਿੱਚ ਵੱਧ ਧਿਆਨ ਦਿੱਤਾ ਜਾ ਰਿਹਾ ਹੈ। ਜੀ ਕੋਈ ਗੱਲ ਨਹੀਂ, ਮੈਂ ਆਪਣਾ ਹਲਕਾ ਬਿਲਕੁਲ ਇਗਨੋਰ ਨਹੀਂ ਕੀਤਾ। ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਵੀ ਤੁਸੀਂ ਕਿਸੇ ਪਿੰਡ ਵੀ ਜਾ ਕੇ ਪਿੰਡ ਦਾ ਹਾਲ ਦੇਖ ਲਓ, ਤੇ ਤੁਹਾਨੂੰ ਮੇਰਾ ਖਿਆਲ ਹੈ ਮੇਰਾ ਕੀਤਾ ਕੰਮ ਜਿਹੜਾ ਉਹ 'ਚ ਵੀ ਨਜ਼ਰ ਆਏਗਾ। ਸਿਰਫ ਇਹ ਬਟਾਲਾ ਬਾਬੇ ਨਾਨਕ ਜੀ ਕਰਕੇ 5.5 ਸਾਲਾਂ ਕਰਕੇ ਬਹੁਤਾ ਹਾਈਲਾਈਟ ਹੋ ਗਿਆ, ਕਿਉਂਕਿ ਬਟਾਲੇ ਦੇ ਲੋਕਾਂ ਨੇ ਕਦੇ ਇਹੋ ਜਿਹਾ ਕੰਮ ਦੇਖਿਆ ਨਹੀਂ ਸੀਗਾ। ਪਰ ਮੈਂ ਆਪਣਾ ਫਤਿਹਗੜ੍ਹ ਚੂੜੀਆਂ ਹਲਕਾ ਇਗਨੋਰ ਨਹੀਂ ਕੀਤਾ। ਗੁਰਦਾਸਪੁਰ ਦੀ ਗੱਲ ਕਰ ਲਈਏ ਤਾਂ 3 ਮੰਤਰੀ ਇੱਥੋਂ ਦੀ ਆਉਂਦੇ ਹੈਗੇ ਨੇ, ਔਰ 3 ਮੰਤਰੀਆਂ ਦੇ ਜੇਕਰ ਅਸੀਂ ਕਾਰਜਕਾਲ ਨੂੰ ਵੇਖਦੇ ਹੈਗੇ ਹਾਂ, ਕੀ ਲੱਗਦਾ ਹੈਗਾ ਗੁਰਦਾਸਪੁਰ ਦੇ ਵਿੱਚੋਂ ਇਸ ਵਾਰ ਕਲੀਅਰ ਮੈਂਡੇਟ ਤੁਹਾਨੂੰ ਮਿਲ ਰਿਹਾ ਹੈਗਾ ਜਾਂ ਕਿੱਥੇ ਕਿੱਥੇ ਤੁਹਾਨੂੰ ਟਫ ਫਾਈਟ ਨਜ਼ਰ ਆ ਰਹੀ ਹੈਗੀ? ਦੇਖੋ ਲੜਾਈ ਤੇ ਕਿਸੇ ਨੂੰ ਵੀ ਸੌਖੀ ਨਹੀਂ ਸਮਝਣੀ ਚਾਹੀਦੀ। ਲੜਾਈ ਹੁੰਦੀ ਆ, ਵਾਰ ਇਜ਼ ਵਾਰ। ਸੋ ਨਾਲੇ ਇਲੈਕਸ਼ਨ 'ਚ ਪਤਾ ਨਹੀਂ ਕਿਹੜੇ ਲਖੀਰਲੇ ਮਿੰਟ ਵੀ ਕਿਹੜੀ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਾਰਾ ਸਿਸਟਮ ਬਦਲ ਜਾਂਦਾ। ਪਰ ਮੈਨੂੰ ਆਸ ਹੈ ਵੀ ਅਸੀਂ ਬੜੇ ਵਧੀਆ ਤਰੀਕੇ ਨਾਲ ਗੁਰਦਾਸਪੁਰ 'ਚ ਕਾਂਗਰਸ ਪਾਰਟੀ ਜਿੱਤੇਗੀ। ਓਵਰਆਲ ਕਿਵੇਂ ਦੇਖਦੇ ਹੈਗੇ ਹੋ ਬਾਜਵਾ ਸਾਹਿਬ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਹੈਗੀਆਂ ਨੇ, ਐਂਟੀ ਇੰਕੰਬੈਂਸੀ ਵੀ ਹੋ ਰਹੀ ਹੈਗੀ ਹੈ, ਕਈ ਲੀਡਰ ਛੱਡ ਕੇ ਜਾ ਰਹੇ ਹੈ ਪਾਰਟੀ ਦੇ ਵਿੱਚ, ਭਾਜਪਾ ਦਾ ਇਸ ਵੇਲੇ ਕਿਹੋ ਜਿਹਾ ਰੋਲ ਤੁਹਾਨੂੰ ਨਜ਼ਰ ਆ ਰਿਹਾ ਜੋ 5 ਜਨਵਰੀ ਨੂੰ ਹੁੰਦਾ ਹੈਗਾ? ਉਸ ਤੋਂ ਬਾਅਦ ਕੀ ਲੱਗਦਾ ਕਿ ਕੁਝ ਪੋਲਰਾਈਜ਼ ਕਰ ਪਾਊਗੀ ਭਾਜਪਾ ਜਿਵੇਂ ਦੇ ਲੀਡਰ ਸ਼ਾਮਲ ਕਰਵਾ ਰਹੀ ਹੈ ਕਾਂਗਰਸ ਦੇ? ਉਹ ਦੇਖੋ ਭਾਜਪਾ ਲੀਡਰਾਂ ਦੀ ਐਡੀ ਗੱਲ ਨਹੀਂ ਜਿੰਨਾ ਉਹ ਸਿੱਖ ਕਮਿਊਨਿਟੀ ਨੂੰ ਆਪਣੇ 'ਚ ਅਬਜ਼ਰਵ ਕਰਨਾ ਚਾਹੁੰਦੇ ਨੇ। ਉਹ ਚਾਹੁੰਦੇ ਨੇ ਵੀ ਮੈਕਸਿਮਮ ਜਿਹੜੇ ਸਿੱਖ ਭਰਾ ਨੇ ਉਹਨਾਂ ਦੀ ਪਾਰਟੀ 'ਚ ਹੋਣ, ਤੇ ਜਿਹੜਾ ਅਨਟੱਚੇਬਲ ਬੀਜੇਪੀ ਗਿਣੀ ਜਾਂਦੀ ਹੈ ਇਸ ਕਮਿਊਨਿਟੀ ਵਾਸਤੇ, ਉਹ ਉਹਨਾਂ ਨੂੰ ਝਾਕਾ ਲਾਉਣਾ ਚਾਹੁੰਦੇ ਨੇ। ਭਾਵੇਂ ਕਿਸੇ ਲੈਵਲ ਦਾ ਵੀ ਸਿੱਖ ਲੀਡਰ ਉੱਥੇ ਜਾਣਾ ਚਾਹੇ, ਉਹ ਸਭ ਨੂੰ ਵੈਲਕਮ ਕਰਦੇ ਨੇ। ਉਹਨਾਂ ਦੀ ਪਾਲਿਸੀ ਕੁਝ ਹੋਰ ਤਰ੍ਹਾਂ ਦੀ ਹੈ, ਬੜੀ ਡੂੰਘੀ ਪਾਲਿਸੀ ਹੈ। ਉਹ ਸੋਚ ਮੁਤਾਬਕ ਉਹਨਾਂ ਨੇ ਆਪਣੇ ਸਾਰੇ ਦਰਵਾਜ਼ੇ ਖੋਲ੍ਹੇ ਨੇ। ਕਿਸੇ ਲੈਵਲ ਦਾ ਵੀ ਕੋਈ ਸਾਡਾ ਸਿੱਖ ਭਰਾ ਚਲਾ ਜਾਏ ਉਹਨੂੰ ਵੈਲਕਮ ਕਰਦੇ ਨੇ। ਪਰ ਜਿੱਥੇ ਕਿਸਾਨੀ ਅੰਦੋਲਨ ਦੇ ਵਿੱਚ ਪਹਿਲਾਂ ਇਹ ਸਮਝਿਆ ਜਾ ਰਿਹਾ ਸੀਗਾ ਕਿ ਬੀਜੇਪੀ ਸੀਟ ਵੀ ਨਹੀਂ ਕੋਈ ਲੈ ਪਾਊਗੀ, 0 ਡਿਜਿਟ ਵੀ ਜਿਹੜੀ ਹੈਗੀ ਆ ਉਹ ਕ੍ਰਾਸ ਨਹੀਂ ਕਰ ਪਾਊਗੀ, ਅੱਜ ਤੁਸੀਂ ਕੀ ਐਨਾਲਿਸਿਸ ਕਰਦੇ ਹੈਗੇ ਹੋ? ਕੀ ਰਿਪੋਰਟ ਤੁਹਾਡੇ ਕੋਲ ਵੀ ਆ ਰਹੀ ਹੈ? ਬੀਜੇਪੀ ਦਾ ਕੀ ਗਰਾਊਂਡ ਤੁਹਾਨੂੰ ਨਜ਼ਰ ਆ ਰਿਹਾ ਹੈਗਾ? ਦੇਖੋ ਪਿੰਡਾਂ 'ਚ ਹਜੇ ਕੋਈ ਇਹੋ ਜਿਹੀ ਗੱਲ ਹੈ ਨਹੀਂ ਬੀਜੇਪੀ ਦੀ ਲਾਈਕਿੰਗ ਵਾਲੀ। ਸ਼ਹਿਰਾਂ 'ਚ ਕੁਝ ਵੀ ਹੋ ਸਕਦਾ, ਪਰ ਪਿੰਡਾਂ ਦੇ ਵਿੱਚ ਕੋਈ ਸਾਨੂੰ ਲਾਈਕਿੰਗ ਬੀਜੇਪੀ ਦੀ ਨਜ਼ਰ ਨਹੀਂ ਆਉਂਦੀ ਹੈ। ਮੈਨੀਫੈਸਟੋ ਅਜੇ ਤੱਕ ਨਹੀਂ ਜਾਰੀ ਹੋਇਆ ਹੈਗਾ, ਦਿਨ ਥੋੜ੍ਹੇ ਰਹਿ ਗਏ ਨੇ, ਪਰ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਦੀ ਗੱਲ ਕਰਦੇ ਹੈਗੇ ਨੇ, ਕਹਿੰਦੇ ਨੇ ਕਿ
ਮਹਿਲਾਵਾਂ ਨੂੰ 8 ਸਿਲੰਡਰ ਦੇ ਦਿੱਤੇ ਜਾਣਗੇ ਜਾਂ ਰਾਸ਼ੀ ਜਿਹੜੀ ਉਹਨਾਂ ਦੇ ਵੱਲੋਂ ਲਾਣੀ ਗਈ ਹੈ ਵਿਦਿਆਰਥੀਆਂ ਵਾਸਤੇ, ਲੱਗਦਾ ਫਿਜ਼ੀਬਲ ਹੈਗਾ ਇਹ ਪੰਜਾਬ ਮਾਡਲ? ਮੈਨੂੰ ਨਹੀਂ ਪਤਾ ਜੀ, ਹਾਈ ਕਮਾਂਡ ਦਾ ਕੰਮ ਹੈ ਮੈਨੀਫੈਸਟੋ ਬਣਾਉਣਾ। ਮੈਨੀਫੈਸਟੋ ਕਮੇਟੀ ਬਣੀ ਆ, ਸਿੱਧੂ ਸਾਹਿਬ ਨੇ ਜੋ ਵੀ ਆਪਣੀਆਂ ਪ੍ਰਪੋਜ਼ਲਾਂ ਨੇ ਮੈਨੀਫੈਸਟੋ ਕਮੇਟੀ ਅੱਗੇ ਰੱਖ ਦੇਣੀ ਚਾਹੀਦੀ ਹੈ। ਜੋ ਮੈਨੀਫੈਸਟੋ ਕਮੇਟੀ ਬਣਾਏਗੀ ਉਹਦੇ ਮੁਤਾਬਕ ਅਸੀਂ ਆਪਣਾ ਸਾਰਾ ਸਿਸਟਮ ਚਲਾਵਾਂਗੇ। ਕਾਂਗਰਸ ਦੇ ਵਰਕਰ ਇਹ ਗੱਲ ਕਹਿ ਰਹੇ ਨੇ, ਕਹਿੰਦੇ ਕਿ ਇੱਕ ਪਲੇਟਫਾਰਮ ਦੇ ਉੱਤੇ ਅਜੇ ਵੀ ਕਾਂਗਰਸ ਨਜ਼ਰ ਨਹੀਂ ਆ ਰਹੀ ਹੈਗੀ। ਸੁਰ ਸਭ ਦੇ ਵੱਖੋ ਵੱਖ ਹੈਗੇ ਨੇ। ਸਿੱਧੂ ਰਾਹ ਦੇ ਉੱਤੇ ਹੈਗੇ ਨੇ, ਚੰਨੀ ਲੱਗ ਰਾਹ ਦੇ ਉੱਤੇ ਨੇ, ਜਾਖੜ ਹੋਣੀ ਲੱਗ ਰਾਹ ਦੇ ਉੱਤੇ ਹੈਗੇ ਨੇ। ਇੱਕ ਪਲੇਟਫਾਰਮ ਦੇ ਉੱਤੇ ਜੇ ਇਕੱਠੇ ਨਹੀਂ ਹੁੰਦੇ ਤਾਂ ਨੁਕਸਾਨ ਤਾਂ ਹੋਊਗਾ ਨਾ ਇਸ ਦਾ। ਕੋਈ ਐਸੀ ਗੱਲ ਨਹੀਂ, ਸਾਰੇ ਇਕੱਠੇ ਹੋਣਗੇ। ਤੇ ਚੰਨੀ ਜੀ ਦੀ ਇਸ ਵੇਲੇ ਪਿੰਡਾਂ ਦੇ ਵਿੱਚ ਲਾਈਕਿੰਗ ਹੈ, ਲੋਕ ਉਹਨਾਂ ਨੂੰ ਪਸੰਦ ਕਰਦੇ। ਸ਼ਹਿਰਾਂ 'ਚ ਲਾਈਕਿੰਗ ਹੈ। ਉਹਨਾਂ ਨੇ ਆਪਣੇ 3 ਮਹੀਨਿਆਂ ਦੇ ਵਿੱਚ ਜਿਹੜਾ ਛੋਟਾ ਜਿਹਾ ਉਹਨਾਂ ਦਾ ਸਮਾਂ ਸੀਗਾ, ਉਹਨਾਂ ਬਹੁਤ ਵਧੀਆ ਕੰਮ ਕੀਤੇ ਨੇ ਅਤੇ ਮੈਨੂੰ ਆਸ ਹੈ ਵੀ ਅੱਗੋਂ ਵੀ ਉਹ ਵਧੀਆ ਕੰਮ ਕਰਨਗੇ। ਸੋ ਐਸੀ ਕੋਈ ਗੱਲ ਨਹੀਂ ਵੀ ਕੋਈ ਚੰਗੇ ਕੰਮ ਨਹੀਂ ਹੋਏ, ਬਹੁਤ ਚੰਗੇ ਕੰਮ ਹੋਏ ਨੇ। ਅਤੇ ਲੀਡਰਸ਼ਿਪ ਇੱਕ ਸਟੇਜ 'ਤੇ ਇਕੱਠੀ ਵੀ ਆਏਗੀ, ਜਿਹੜਾ ਇਲੈਕਸ਼ਨ ਦਾ ਮਾਹੌਲ ਭਖ ਲਵੇ, ਸਾਰੇ ਇਕੱਠੇ ਹੋਣਗੇ। ਲੱਗਦਾ ਲੋਕ 4.5 ਸਾਲਾਂ ਦਾ ਹਿਸਾਬ ਕਿਤਾਬ ਭੁਲਾ ਕੇ 111 ਦਿਨਾਂ ਦੇ ਚੰਨੀ ਉਹਨਾਂ ਦੇ ਇਸ ਕੰਮ ਨੂੰ ਯਾਦ ਰੱਖਣਗੇ ਔਰ ਇੱਕ ਵਾਰ ਫੇਰ ਤੋਂ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਪਾਉਣਗੇ। ਬਿਲਕੁਲ, ਮੈਨੂੰ ਪੂਰੀ ਆਸ ਹੈ, ਕਿਉਂਕਿ ਉਹਨਾਂ ਨੇ ਵਧੀਆ ਕੰਮ ਕੀਤਾ ਅਤੇ ਕਾਮਨ ਮੈਨ ਦੇ ਭਲੇ ਲਈ ਕੀਤੀ ਗੱਲ। ਉਹਨਾਂ ਨੇ ਜਿਹੜਾ ਕੰਮ ਕੀਤਾ ਕੋਈ ਕਿਸੇ ਇੱਕ ਵਰਗ ਵਾਸਤੇ ਨਹੀਂ ਕੀਤਾ, ਕਾਮਨ ਮੈਨ ਵਾਸਤੇ ਕੀਤਾ ਵਾ। ਭਾਵੇਂ ਉਹ 'ਚ ਗਰੀਬ ਐਸੀ ਵੀਰ ਵੀ ਆਉਂਦੇ ਨੇ, ਖੱਤਰੀ ਵੀ ਆਉਂਦੇ ਨੇ, ਪ੍ਰਜਾਪਤ ਵੀ ਆਉਂਦੇ ਨੇ, ਜੱਟ ਭਰਾ ਵੀ ਆਉਂਦੇ ਨੇ। ਜਿਹੜੇ ਗਰੀਬ ਨੇ ਉਹ ਉਹਨਾਂ ਸਾਰਿਆਂ ਲਈ ਉਹਨਾਂ ਨੇ ਇੱਕ ਸਾਂਝਾ ਫੈਸਲਾ ਕੀਤਾ। ਜਿਸ ਤਰੀਕੇ ਦੇ ਨਾਲ ਗੱਲ ਹੁੰਦੀ ਸੀ 18 ਨਕਾਤੀ ਏਜੰਡੇ ਦੀ, ਤਾਂ ਕੀ ਸਮਝਦੇ ਹੈਗੇ ਹੋ ਚੰਨੀ ਦੇ ਆਉਣ ਤੋਂ ਬਾਅਦ ਜਿਹੜਾ ਚੀਜ਼ਾਂ ਦੇ ਉੱਤੇ ਕੰਮ ਹੋਇਆ ਹੈਗਾ, ਇਹ ਲੋਕ ਐਕਸੈਪਟ ਕਰ ਰਹੇ ਹੈਗੇ ਨੇ? ਠੀਕ ਹੈ, ਇਸ ਤੋਂ ਖੁਸ਼ ਹੈਗੇ ਨੇ? ਮੇਰੀ ਸੋਚ ਮੁਤਾਬਕ ਖੁਸ਼ ਨੇ ਜੀ। ਚੰਨੀ ਜੀ ਨੇ ਐਫਰਟਸ ਕੀਤੇ ਨੇ, ਸਿੰਸੀਅਰ ਐਫਰਟਸ ਕੀਤੇ ਨੇ। ਵੱਖਰੀ ਗੱਲ ਹੈ ਵੀ ਜੁਡੀਸ਼ਰੀ ਦੇ ਵਿੱਚ ਜਾ ਕੇ ਕੁਝ ਗੱਲਾਂ ਹੋਰ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ, ਪਰ ਚੰਨੀ ਦੇ ਸਿੰਸੈਰਿਟੀ 'ਤੇ ਕੋਈ ਸ਼ੱਕ ਨਹੀਂ। ਹੋਮ ਮਿਨਿਸਟਰ ਸਾਹਿਬ ਨੇ ਸਾਰੇ ਇੱਕ ਟੀਮ ਬਣ ਕੇ ਦੋਵਾਂ ਨੇ ਇੱਕ ਵਧੀਆ ਕੰਮ ਕੀਤਾ। ਬਾਕੀ ਕਾਮਯਾਬੀ ਈਸ਼ਵਰ ਦੇ ਹੱਥ ਹੁੰਦੀ ਹੈ। ਤੁਸੀਂ ਗੱਲ ਕਹਿੰਦੇ ਸੀਗੇ ਕਿ ਕੈਪਟਨ ਬਾਦਲਾਂ ਨਾਲ ਰਲੇ ਹੋਏ ਨੇ, ਦੁਬਈ ਦੇ ਵਿੱਚ ਮੀਟਿੰਗਾਂ ਹੁੰਦੀਆਂ। ਮੈਂ ਹੀ ਤੁਹਾਡੀ ਇੰਟਰਵਿਊ ਕੀਤੀ ਸੀ, ਉਸ ਤੁਸੀਂ ਕਿਹਾ ਸੀਗਾ 75-25 ਦੀ ਸਰਕਾਰ ਹੈਗੀ। ਲੱਗਦਾ ਉਹ ਪਰਸੈਪਸ਼ਨ ਟੁੱਟ ਗਈ ਹੈਗੀ ਹੈ? ਹਾਂ, ਟੁੱਟੀ ਹੈ। ਜਿਹੜੀ ਮੈਂ ਉਦੋਂ ਐਲੀਗੇਸ਼ਨ ਲਾਇਆ ਸੀ, ਮੈਂ ਅੱਜ ਵੀ ਉਸ ਐਲੀਗੇਸ਼ਨ 'ਤੇ ਖਲੋਤਾ ਹਾਂ। ਦੁਬਈ 'ਚ ਮੀਟਿੰਗਾਂ ਹੋਈਆਂ ਸੀ, ਪਰ ਇਹ ਸੀਐਮ ਸਾਹਿਬ ਵੱਲੋਂ ਇਹੋ ਜਿਹੀ ਕੋਈ ਗੱਲ ਨਹੀਂ ਹੈ। ਕਿਉਂ ਕਹਿੰਦੇ ਨੇ ਕਿ 75-25 ਅਜੇ ਵੀ ਚੱਲਦਾ ਪਿਆ ਹੈ? ਉਹ ਇਹਦੀ ਰੀਜ਼ਨਿੰਗ ਸਿੱਧੂ ਸਾਹਿਬ ਦੇ ਸਕਦੇ ਨੇ, ਪਰ ਮੇਰਾ ਖਿਆਲ ਗਲਤ ਗੱਲ ਹੈ, ਬਿਲਕੁਲ ਗਲਤ ਗੱਲ ਹੈ। ਲੱਗਦਾ ਨੁਕਸਾਨ ਹੁੰਦਾ ਇਸ ਦੇ ਨਾਲ ਪਾਰਟੀ ਨੂੰ? ਹਾਂ, ਨੁਕਸਾਨ ਤਾਂ ਹੁੰਦਾ। ਸਿੱਧੂ ਸਾਹਿਬ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਇਸ ਬਾਰੇ। ਪਰ ਜਿਸ ਤਰੀਕੇ ਦੇ ਨਾਲ ਉਮੀਦਵਾਰ ਵੀ ਐਲਾਨੇ, ਆਪ ਹੀ ਜਾ ਕੇ ਸੀਟਾਂ ਦੇ ਉੱਤੇ ਉਹਨਾਂ ਨੇ ਅਨਾਉਂਸਮੈਂਟਸ ਕਰ ਦਿੱਤੀਆਂ ਹੈਗੀਆਂ, ਲੱਗਦਾ ਇਹ ਕਿ ਡੈਕੋਰਮ ਨਹੀਂ ਹੈਗਾ ਕਾਂਗਰਸ ਪਾਰਟੀ ਦਾ? ਤਾਂ ਸਿੱਧੂ ਸਾਹਿਬ ਨਵੇਂ ਆਏ ਨੇ ਪਾਰਟੀ 'ਚ, ਉਹਨਾਂ ਨੂੰ ਹਜੇ ਵਰਕਿੰਗ ਕਾਂਗਰਸ ਦੀ ਵਰਕਿੰਗ ਪਾਰਟੀ ਦਾ ਪੂਰਾ ਪਤਾ ਨਹੀਂ। ਸੋ ਕਿਤੇ ਕਿਤੇ ਕਰ ਜਾਂਦੇ ਨੇ ਇਸ ਤਰ੍ਹਾਂ ਦੀ ਗੱਲ, ਪਰ ਟਿਕਟਾਂ ਉਹੀ ਹੋਣੀਆਂ ਨੇ ਜੋ ਹਾਈ ਕਮਾਂਡ ਫੈਸਲਾ ਕਰੇਗੀ। ਔਰ ਜਿਸ ਤਰੀਕੇ ਦੇ ਨਾਲ ਬਾਜਵਾ ਸਾਹਿਬ ਚੰਨੀ ਹੋਣੀ ਕੰਮ ਕਰ ਰਹੇ ਨੇ, ਪ੍ਰੋ ਪੰਜਾਬ ਟੀਵੀ ਦੇ ਉੱਤੇ ਹੀ ਰਾਣਾ ਗੁਰਜੀਤ ਉਹਨਾਂ ਨੇ ਇੰਟਰਵਿਊ ਦਿੱਤੀ ਆ। ਉਹ ਕਹਿੰਦੇ ਕਿ ਚੰਨੀ ਨੂੰ ਹੀ ਮੌਕਾ ਦੁਆਰਾ ਦੇਣਾ ਚਾਹੀਦਾ ਹੈਗਾ। ਮੈਂ ਬਿਲਕੁਲ ਇਸ ਹੱਕ 'ਚ ਹਾਂ ਵੀ ਚੰਨੀ ਜੀ ਨੂੰ ਹੀ ਸਾਨੂੰ ਅੱਗੇ ਲਿਆਉਣਾ ਚਾਹੀਦਾ, ਕਿਉਂਕਿ ਵਧੀਆ ਕੰਮ ਕਰ ਰਿਹਾ। ਮੈਂ ਇਸ ਗੱਲ ਦੇ ਹੱਕ 'ਚ ਹਾਂ। ਜੇ ਕੋਈ ਹੋਰ ਸੀਐਮ ਹੁੰਦਾ ਤਾਂ ਲੱਗਦਾ ਫਿਰ ਧੋਖਾ ਹੋਊਗਾ ਲੋਕਾਂ ਨਾਲ? ਨਹੀਂ, ਹੁਣ ਦੂਜਾ ਸੀਐਮ ਲਿਆਉਣ ਦੀ ਲੋੜ ਹੀ ਕੋਈ ਨਹੀਂ। ਜਦੋਂ ਇੱਕ ਕੰਮ ਵਧੀਆ ਕਰ ਰਿਹਾ ਸੀ, ਸੈਟੀਸਫਾਈਡ ਆ, ਫਿਰ ਹੋਰ ਹੁਣ ਆਖਣ ਦੀ ਕਿਸੇ ਦੀ ਮੇਰਾ ਖਿਆਲ ਕੋਈ ਲੋੜ ਨਹੀਂ। ਬਾਕੀ ਫੈਸਲਾ ਹਾਈ ਕਮਾਂਡ ਦਾ, ਜੋ ਮਰਜ਼ੀ ਕਰਿਆ। ਆਪ ਦੀ ਕੀ ਸਥਿਤੀ ਵੇਖ ਰਹੇ ਹੈਗੇ ਹੋ? ਕੱਲ ਮੁੱਖ ਮੰਤਰੀ ਦੇ ਚਿਹਰੇ ਦਾ ਉਹਨਾਂ ਨੇ ਐਲਾਨ ਕਰਨਾ ਹੈ 12 ਵਜੇ। ਪਹਿਲਾਂ ਨੰਬਰ ਜਾਰੀ ਕਰ ਦਿੱਤਾ, ਲੋਕਾਂ ਦੀ ਰਾਏ ਮੰਗ ਲਈ ਕੌਣ ਮੁੱਖ ਮੰਤਰੀ ਹੋਣਾ ਚਾਹੀਦਾ ਹੈਗਾ। ਇਸ ਵਾਰ ਕਹਿੰਦੇ ਚੋਣ ਸੀਐਮ ਫੇਸ ਦੇ ਉੱਤੇ ਲੜਨੀ ਹੈਗੀ ਹੈ। ਲੱਗਦਾ ਜੇ ਭਗਵੰਤ ਮਾਨ ਨੂੰ ਸੀਐਮ ਫੇਸ ਐਲਾਨਦੇ ਨੇ, ਕੋਈ ਫਾਇਦਾ ਮਿਲੂਗਾ ਆਪ ਨੂੰ? ਇਹ ਜੀ ਉਹਨਾਂ ਦੀ ਕੈਲਕੂਲੇਸ਼ਨ ਨੇ, ਮੈਂ ਉਹਨਾਂ ਬਾਰੇ ਕਿਉਂ ਸਿਰਦਰਦੀ ਲਾਵਾਂ? ਸੀਨੀਅਰ ਲੀਡਰ ਹੈਗੇ ਹੋ ਬਹੁਤ, ਤੁਹਾਡੇ ਕੋਲ ਸਾਰੀ ਅਸੈਸਮੈਂਟ ਆ ਜਾਂਦੀ। ਮੈਂ ਆਮ ਪਾਰਟੀ ਵਾਸਤੇ ਕਿਉਂ ਟਾਈਮ ਵੇਸਟ ਕਰਦਾ ਫਿਰਾਂ? ਕੀ ਹੋਊਗਾ ਕੀ ਨਹੀਂ ਹੋਊਗਾ? ਮੈਨੂੰ ਤਾਂ ਆਪਣੀ ਪਾਰਟੀ ਦਾ ਫਿਕਰ ਆ, ਆਪਣੀ ਪਾਰਟੀ ਵਾਸਤੇ ਲੜਾਈ ਲੜਨ ਡਿਆ। ਮੈਂ ਉਹਨਾਂ ਦੀਆਂ ਸਟ੍ਰੈਟਜੀ ਬਾਰੇ ਕਿਉਂ ਸੋਚਦਾ ਰਵਾਂ? ਪਰ ਮੇਰਾ ਖਿਆਲ ਹੈ ਕਿਉਂਕਿ ਇਲੈਕਸ਼ਨ ਟਾਈਮ ਵੱਧ ਗਿਆ ਵਾ, ਇਸ ਕਰਕੇ ਕੇਜਰੀਵਾਲ ਸਾਹਿਬ ਸੀਐਮ ਅਨਾਉਂਸ ਕਰਨ ਦਾ ਟਾਈਮ ਵੀ ਵਧਾ ਦੇਣਗੇ। ਲੱਗਦਾ ਕੱਲ ਅਨਾਉਂਸ ਨਹੀਂ ਹੋਊਗਾ? ਮੇਰੇ ਖਿਆਲ 'ਚ ਨਹੀਂ ਕਰਨਗੇ। ਉਹ ਕੱਲ੍ਹ ਵੀ ਆਖਣਗੇ ਵੀ ਹੁਣ 6 ਦਿਨ ਹੋਰ ਮਿਲ ਗਏ ਨੇ, ਫਿਰ 6 ਦਿਨਾਂ ਬਾਅਦ ਕਰਾਂਗੇ। ਲੱਗਦਾ ਕੇਜਰੀਵਾਲ ਆਪ ਮੁੱਖ ਮੰਤਰੀ ਬਣਨਾ ਚਾਹੁੰਦੇ ਹੈਗੇ, ਇੱਛਾਵਾਂ ਉਹਨਾਂ ਦੀਆਂ ਇਹੀ ਨੇ ਕਿ ਮੈਂ ਹੀ ਮੁੱਖ ਮੰਤਰੀ ਹੋਵਾਂ ਪੰਜਾਬ, ਕਿਉਂਕਿ ਦਿੱਲੀ ਦੇ ਵਿੱਚ ਫੁੱਲ ਸਟੇਟ ਉਹਨਾਂ ਨੂੰ ਨਹੀਂ ਮਿਲਦੀ ਹੈਗੀ, ਫੁੱਲ ਫਲੈਜ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ। ਤਾਂ ਕੀ ਲੱਗਦਾ ਕਿ ਅਰਵਿੰਦ ਕੇਜਰੀਵਾਲ ਦੀ ਇਹ ਅੱਖ ਹੈਗੀ ਹੈ ਕਿ ਪੰਜਾਬ ਨੂੰ ਮੈਂ ਚਲਾਵਾਂ? ਬਿਲਕੁਲ, ਕਿਸੇ ਨੂੰ ਇਸ ਬਾਰੇ ਕੋਈ ਸ਼ੱਕ ਹੀ ਨਹੀਂ ਹੈਗਾ। ਬਿਲਕੁਲ ਸਾਰਾ ਹਿੰਦੁਸਤਾਨ, ਸਾਰੀਆਂ ਪਾਰਟੀਆਂ, ਹਰ ਇਨਸਾਨ ਕਹਿ ਰਿਹਾ ਵਾ। ਪਰ ਉਹ ਬਹੁਤ ਹੀ ਇੰਟੈਲੀਜੈਂਟ ਆਦਮੀ ਹੈ, ਬੜਾ ਉਹ ਆਪਣੇ ਤਰੀਕੇ ਨਾਲ
ਆਪਣੇ ਨਿਸ਼ਾਨੇ ਵੱਲ ਵੱਧ ਰਿਹਾ, ਹੌਲੀ ਹੌਲੀ ਵੱਧ ਰਿਹਾ। ਦੇਖੋ ਕੀ ਬਣਦਾ। ਸਿੱਧੂ ਕਹਿੰਦੇ ਕਿ ਜੇ ਮੈਂ ਮੁੱਖ ਮੰਤਰੀ ਹੋਵਾਂ, ਜੇ ਮੈਨੂੰ ਪਾਵਰ ਮਿਲੇ ਤਾਂ ਮੈਂ ਇਹ ਚੀਜ਼ ਕਰ ਦੇਵਾਂ, ਮੈਂ ਸਾਰੀ ਕਰਪਸ਼ਨ ਦੂਰ ਕਰ ਦੇਵਾਂ, ਜੋ ਚੀਜ਼ਾਂ ਮਾਈਨਿੰਗ ਦੇ ਵਿੱਚ ਹੋ ਰਹੀਆਂ ਨੇ, ਲੀਕਰ ਪਾਲਿਸੀ ਦੀ ਗੱਲ ਕਰਦੇ ਹੈਗੇ ਨੇ, ਕਹਿੰਦੇ ਮੈਨੂੰ ਪਾਵਰ ਮਿਲਣੀ ਚਾਹੀਦੀ ਹੈਗੀ ਹੈ। ਲੱਗਦਾ ਸਿੱਧੂ ਕੋਲ ਪਾਵਰ ਇਹ ਆ ਸਕਦੀ ਹੈਗੀ ਹੈ? ਚਲੋ ਜੀ, ਬੈਸਟ ਆਫ ਲੱਕ ਟੂ ਹਿਮ। ਬਾਕੀ ਇੱਕ ਫੈਸਲਾ ਹਾਈਕਮਾਂਡ ਨੇ ਕਰਨਾ, ਮੈਂ ਨਹੀਂ ਕਰਨਾ। ਤੁਸੀਂ ਪਾਵਰ ਕਿਹਦੇ ਕੋਲ ਜਾਣੀ ਹੈ? ਪਰ ਮੈਂ ਤਾਂ ਕਹਿੰਦਾ ਵੀ ਜਿਹੜਾ ਕੰਮ ਹੁਣ ਚੰਨੀ ਜੀ ਕਰ ਰਹੇ ਨੇ ਬੜਾ ਵਧੀਆ ਕਰ ਰਹੇ ਨੇ। ਔਰ ਜਿਸ ਤਰੀਕੇ ਨਾਲ ਇਸ ਵਾਰ ਕਾਂਗਰਸ ਨੇ ਨਵੇਂ ਚਿਹਰਿਆਂ ਨੂੰ ਪਾਰਟੀ ਦੇ ਵਿੱਚ ਲੈ ਕੇ ਆਇਆ, ਜਿਵੇਂ ਸਿੱਧੂ ਮੂਸੇਵਾਲਾ ਹੋ ਗਏ, ਮਾਲਵਿਕਾ ਸੂਦ ਹੋ ਗਏ, ਇਹਨਾਂ ਦਾ ਪਾਰਟੀ ਨੂੰ ਕੀ ਲੱਗਦਾ ਕੀ ਫਾਇਦਾ ਮਿਲੂਗਾ? ਚਲੋ ਜੀ, ਆਏ ਨੇ, ਪਰ ਮੇਰੀ ਸੋਚ ਬਿਲਕੁਲ ਉਲਟਾ। ਮੈਂ ਇਸ ਗੱਲ ਦਾ ਵੀ ਜਿਹੜੇ ਕਾਂਗਰਸ ਵਰਕਰ ਪੁਰਾਣੇ ਕੰਮ ਕਰ ਰਹੇ ਨੇ, ਜਿਹੜੇ ਪਾਰਟੀ ਨਾਲ ਲੜਦੇ ਮਰਦੇ ਰਹੇ ਨੇ, ਉਹਨਾਂ ਨੂੰ ਛੱਡ ਕੇ ਇਸ ਤਰ੍ਹਾਂ ਦੇ ਨਹੀਂ ਬਾਹਰੋਂ ਲਿਆਉਣੇ ਚਾਹੀਦੇ। ਪਰ ਜੇ ਉਹਨਾਂ ਕੋਈ ਸੋਚ ਕੇ ਲਿਆਂਦੇ ਨੇ ਤੇ ਫਿਰ ਆ ਗਏ ਨੇ। ਹੁਣ ਜੋ ਨਾ ਕਰਤਾ ਠੀਕ ਹੈ ਜੀ। ਜੋਤ ਕਮਲ ਬਹੁਤ ਨਾਰਾਜ਼ ਹੋਏ, ਭਾਵੁਕ ਵੀ ਹੋਏ, ਕਹਿੰਦੇ ਮੈਂ ਪਾਰਟੀ ਲਈ ਸਭ ਕੁਝ ਦੇ ਦਿੱਤਾ। ਔਰ ਕਹਿੰਦੇ ਜਦੋਂ ਉਹ ਮੋਗਾ ਆਏ ਤਾਂ ਕੁਝ ਹੀ ਮਿੰਟਾਂ ਦੀ ਦੂਰੀ ਤੇ ਮੇਰਾ ਘਰ ਸੀ, ਕਹਿੰਦੇ ਚੰਨੀ ਹੋਣੀ ਮੇਰੇ ਘਰ ਤੱਕ ਨਹੀਂ ਆ ਕੇ, ਸਿੱਧੂ ਹੋਣੀ ਮੇਰੇ ਘਰ ਤੱਕ ਨਹੀਂ ਆ ਕੇ। ਪਤਾ ਨਹੀਂ ਉਹ ਕਿਉਂ ਨਹੀਂ ਜਾ ਸਕੇ, ਪਰ ਹਰਜੋਤ ਕਮਲ ਇੱਕ ਸਾਡਾ ਕਾਂਗਰਸ ਦਾ ਵਰਕਰ ਸੀਗਾ। ਬਾਕੀ ਇਹ ਤਾਂ ਉਹ ਹਾਈਕਮਾਂਡ ਹੀ ਦੱਸ ਸਕਦੀ ਵੀ ਕਿਉਂ ਉਹਦੀ ਸੀਟ ਕੱਟੀ ਗਈ, ਮੈਨੂੰ ਪੂਰਾ ਪਤਾ ਨਹੀਂ ਹੈ। ਸੀਐਮ ਚੰਨੀ ਦੇ ਭਰਾ ਨੇ ਵੀ ਬਗਾਵਤ ਕਰ ਦਿੱਤੀ ਹੈ, ਬੱਸੀ ਪਠਾਣਾ ਤੋਂ ਸੀਟ ਲੜਨਾ ਚਾਹੁੰਦੇ ਸੀ। ਹਾਲਾਂਕਿ ਕਾਂਗਰਸ ਦੇ ਵਿੱਚ ਕਲਚਰ ਹੈਗਾ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕੋ ਹੀ ਟਿਕਟ ਦਿੱਤੀ ਜਾਂਦੀ ਹੈਗੀ, ਪਰ ਉਹ ਕਹਿੰਦੇ ਕਿ ਚੌਧਰੀ ਸੰਤੋਖ ਸਿੰਘ ਉਹਨਾਂ ਦੇ ਵੀ ਮੁੰਡੇ ਨੂੰ ਦੇ ਦਿੱਤੀ ਗਈ ਹੈਗੀ ਹੈ। ਤਾਂ ਕਹਿੰਦੇ ਕਿਉਂ ਮੈਨੂੰ ਨਹੀਂ ਦਿੱਤੀ ਉਹਨਾਂ ਨੇ ਟਿਕਟ, ਤਾਂ ਹੁਣ ਆਜ਼ਾਦ ਤੌਰ ਦੇ ਉੱਤੇ ਉਹ ਚੋਣ ਲੜ ਰਹੇ ਨੇ। ਦੇਖੋ, ਇਹ ਤਾਂ ਗੱਲ ਠੀਕ ਹੈ ਵੀ ਚੌਧਰੀ ਸੰਤੋਖ ਚੌਧਰੀ ਸਾਹਿਬ ਦੇ ਮੁੰਡੇ ਨੂੰ ਦਿੱਤੀ, ਚੌਧਰੀ ਸਾਹਿਬ ਨੂੰ ਦਿੱਤੀ, ਚੌਧਰੀ ਸਾਹਿਬ ਦੇ ਭਰਾ ਨੂੰ ਦਿੱਤੀ ਟਿਕਟ ਕਰਤਾਰਪੁਰ ਸਾਹਿਬ ਤੋਂ, ਡਾਕਟਰ ਸਾਹਿਬ ਦੇ ਬੇਟੇ ਨੂੰ ਦਿੱਤੀ, ਡਾਕਟਰ ਅਮਰ ਸਿੰਘ ਦੇ ਬੇਟੇ ਨੂੰ ਦਿੱਤੀ ਆ। ਇਹੋ ਜਿਹੀਆਂ ਕਈ ਮਿਸਾਲਾਂ ਨੇ। ਗੱਲ ਤਾਂ ਵਿਨੇਬਿਲਿਟੀ ਦੇਖਣੀ ਚਾਹੀਦੀ ਆ। ਉਹ ਪਤਾ ਨਹੀਂ ਹਾਈਕਮਾਂਡ ਕੀ ਸੋਚਦੀ ਆ, ਪਰ ਉਹਨਾਂ ਦੇ ਘਰ ਦੇ ਵਿੱਚ ਚੀਫ ਮਿਨਿਸਟਰੀ ਹੈਗੀ ਆ। ਬਾਕੀ ਚੰਨੀ ਜੀ ਸਿਆਣੇ ਨੇ, ਸਮਝਾ ਲੈਣਗੇ ਆਪਣੇ ਭਰਾ ਨੂੰ। ਬਾਜਵਾ ਸਾਹਿਬ ਵੀ ਚਾਹੁੰਦੇ ਸੀ ਕਿ ਬੇਟੇ ਨੂੰ ਫਤਿਹਗੜ੍ਹ ਚੂੜੀਆਂ ਦਿੱਤੀ ਜਾਵੇ ਤੇ ਬਟਾਲੇ ਤੋਂ ਤੁਹਾਨੂੰ ਉਤਾਰਿਆ। ਜੇ ਵਿਨੇਬਿਲਿਟੀ ਹੈਗੀ ਹੈ, ਜੇ ਕੋਈ ਸਰਵੇ ਕਹਿੰਦੇ ਨੇ ਵੀ ਇਹ ਬੰਦਾ ਜਿੱਤ ਸਕਦਾ, ਫਿਰ ਉਹਦੀ ਵਿਨੇਬਿਲਿਟੀ ਦੇਖਣੀ ਚਾਹੀਦੀ ਹੈ। ਕੋਈ ਸਟੇਟ 'ਚ ਸਰਕਾਰ ਬਣਾਉਣੀ ਹੈ, ਇਹ ਕੋਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਵੀ ਇੱਕ ਪਰਿਵਾਰ 'ਚ 2 ਟਿਕਟਾਂ ਦਿੱਤੀਆਂ ਜਾ ਸਕਦੀਆਂ। ਵਿਨੇਬਿਲਿਟੀ ਦੇਖਣੀ ਹੈ। ਜੇ ਇੱਕ ਪਰਿਵਾਰ 'ਚ 2 ਬੰਦੇ ਕੰਮ ਕਰ ਰਹੇ ਨੇ ਆਪਣੇ ਹਲਕੇ 'ਚ, ਤਾਂ ਕੀ ਗੁਨਾਹ ਹੈ? ਮੈਂ ਇਸ ਹੱਕ 'ਚ ਹਾਂ ਵੀ ਜੇ ਵਿਨੇਬਿਲਿਟੀ ਹੈਗੀ ਹੈ ਤਾਂ ਜ਼ਰੂਰ ਦੇਣੀ ਚਾਹੀਦੀ। ਕਾਂਗਰਸ ਨੂੰ ਇਹ ਕਲਚਰ ਅਡਾਪਟ ਕਰਨਾ ਚਾਹੀਦਾ ਕਿ ਇੱਕ ਪਰਿਵਾਰ ਦੇ ਵਿੱਚੋਂ ਜਾਂ ਵਿਨੇਬਿਲਿਟੀ ਵਾਲੀ ਅਸੈਸਮੈਂਟ ਕਰਨ ਤੋਂ ਬਾਅਦ ਹੀ ਸੀਟ ਦੇਣੀ ਚਾਹੀਦੀ। ਜਦੋਂ ਸਰਵੇ ਕਰਾਏ ਜਾਂਦੇ ਨੇ, 3-3 4-4 ਸਰਵੇ ਕਰਾਏ ਜਾਂਦੇ ਨੇ, ਸਰਵੇਆਂ ਦੇ ਜੇ ਕੋਈ ਚੀਜ਼ ਆਮ ਕਾਮਨ ਹੁੰਦੀ ਆ, ਫਿਰ ਸਰਵੇ ਕਰਾਉਣ ਦਾ ਕੀ ਫਾਇਦਾ ਜੇ ਉਹਨਾਂ ਸਰਵੇ ਮੁਤਾਬਕ ਕੰਮ ਨਹੀਂ ਕਰਨਾ। ਜੇ ਇਹ ਦੋਵੇਂ ਸੀਟਾਂ ਤੁਹਾਨੂੰ ਆ ਜਾਂਦੀਆਂ ਤਾਂ ਕਾਂਗਰਸ ਨੂੰ ਕੱਢ ਕੇ ਦੇ ਦੇਣੀਆਂ ਸੀ ਇਹ ਦੋਵੇਂ ਸੀਟਾਂ। ਸਾਡੀ ਤਾਂ ਆਸ ਹੈ ਵੀ ਜ਼ਰੂਰ ਕਰਾਂਗੇ, ਬਾਕੀ ਦੇਣਾ ਹਾਈਕਮਾਂਡ ਦਾ ਕੰਮ ਹੈ, ਦਿੰਦੇ ਨਹੀਂ ਦਿੰਦੇ ਉਹਨਾਂ ਦਾ ਫੈਸਲਾ। ਬਟਾਲਾ ਦੇ ਉੱਤੇ ਅਜੇ ਵੀ ਅਨਾਉਂਸਮੈਂਟ ਨਹੀਂ ਹੋਈ ਹੈਗੀ, ਆਸ ਹੈਗੀ ਅਜੇ ਵੀ ਕੋਈ? ਹਾਈਕਮਾਂਡ ਦਾ ਕੰਮ ਹੈ, ਹਾਈਕਮਾਂਡ ਦੇਖੇਗੀ, ਹਾਈਕਮਾਂਡ ਜੋ ਕਰੇਗੀ ਠੀਕ ਹੈ, ਜੋ ਕਰੇਗਾ। ਔਰ ਅਕਾਲੀ ਦਲ ਦੀ ਇਸ ਵੇਲੇ ਪੋਜੀਸ਼ਨ ਕੀ ਨਜ਼ਰ ਆ ਰਹੀ ਹੈ? ਕਹਿੰਦੇ ਉਹ ਤਾਂ ਅਸੀਂ ਬਸਪਾ ਦੇ ਨਾਲ ਸਰਕਾਰ ਬਣਾ ਰਹੇ ਹੈਗੇ ਆ, ਲਾਲ ਡੈਰੀ ਦਾ ਬਾਰ-ਬਾਰ ਜ਼ਿਕਰ ਕਰਦੇ ਨੇ ਸੁਖਬੀਰ ਬਾਦਲ, ਕਹਿੰਦੇ ਇੱਕ ਵਾਰ ਆ ਲੈਣ ਦਿਓ, ਸਾਰੇ ਬਦਲੇ ਕਹਿੰਦੇ ਲਿੱਤੇ ਜਾਣਗੇ। ਚਲੋ ਚੰਗੀ ਗੱਲ ਹੈ ਜੀ, ਮੇਰਾ ਖਿਆਲ ਉਹ ਰਾਜ ਕਰਨ ਲਈ ਤਾਂ ਨਹੀਂ ਆ ਰਹੇ, ਬਦਲੇ ਲੈਣ ਆ ਰਹੇ ਨੇ। ਸੋ ਬਦਲੇ ਲੈਣ ਵਾਲੀ ਪਾਲਿਸੀ ਤੇ ਸਦਾ ਹੀ ਗਲਤ ਹੈ ਜੀ, ਕਿਸੇ ਨੂੰ ਨਹੀਂ ਰੱਖਣੀ ਚਾਹੀਦੀ। ਪਰ ਜਿਹੜਾ ਇਲੈਕਸ਼ਨ ਲੜਦਾ ਉਹ ਸਾਰੇ ਸਮਝਦੇ ਨੇ ਵੀ ਅਸੀਂ ਜਿੱਤਣ ਲਈ ਲੜ ਰਹੇ ਹਾਂ ਤੇ ਅਚੀਵਮੈਂਟਸ ਬਣਨ ਲਈ ਲੜ ਰਹੇ ਹਾਂ। ਸੋ ਉਹ ਵੀ ਠੀਕ ਸੋਚ ਰਹੇ ਨੇ ਆਪਣੇ ਤਾਂ। ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਰਹੂਗਾ ਜਾਂ ਫਿਰ ਬਗਾਵਤੀ ਸੁਰ ਹੋਰ ਤੁਹਾਨੂੰ ਉੱਠਦੇ ਹੋਏ ਨਜ਼ਰ ਆਉਣਗੇ? ਕਿਉਂਕਿ ਜਿਸ ਤਰੀਕੇ ਨਾਲ ਵੰਡ ਹੋ ਰਹੀ ਹੈ, ਲੋਕ ਲਗਾਤਾਰ ਉਮੀਦਵਾਰ ਨਾਰਾਜ਼ ਹੁੰਦੇ ਹੋਏ ਨਜ਼ਰ ਆ ਰਹੇ ਨੇ। ਭਾਜਪਾ ਉਹ ਸਦਾ ਇਹ ਕਲਚਰ ਸਦਾ ਹੀ ਰਿਹਾ, ਲੋਕ ਗੁੱਸੇ ਰਾਜੀ ਇਲੈਕਸ਼ਨ 'ਚ ਹੁੰਦੇ ਰਹਿੰਦੇ ਨੇ। ਦੇਖੋ ਉਹ ਹੁੰਦੇ ਕਿ ਨਹੀਂ ਹੁੰਦੇ। ਇਸ ਵਾਰ ਜਿੱਤ ਹਾਸਲ ਕਰਦੇ ਹੈਗੇ ਹੋ ਤਾਂ ਜੋ ਤੁਹਾਡੇ ਕੋਲ ਪਿਛਲੀ ਵਾਰ ਵਿਭਾਗ ਸੀਗਾ ਉਸੇ ਦੇ ਵਿੱਚ ਜਾਣਾ ਪਸੰਦ ਕਰੋਗੇ ਜਾਂ ਫਿਰ ਇਸ ਵਾਰ? ਮਿਨਿਸਟਰ ਬਣਨਾ ਨਹੀਂ ਬਣਦਾ, ਮੈਨੂੰ ਬਣਾਉਂਦੇ ਨਹੀਂ ਬਣਾਉਂਦੇ ਤਾਂ ਹਾਈ ਕੋਰਟ ਦਾ ਕੰਮ ਹੈ। ਇਹ ਤਾਂ ਉਹਨਾਂ ਵੱਡਾ ਤੁਹਾਡਾ ਕੱਦ ਹੈਗਾ, ਇਹ ਤਾਂ ਚੀਜ਼ ਧਿਆਨ 'ਚ ਰੱਖੀ ਜਾਊਗੀ। ਨਹੀਂ, ਕੋਈ ਬਰਥ ਰਾਈਟ ਨਹੀਂ ਮੇਰਾ, ਇਹ ਤਾਂ ਹਾਈ ਕਮਾਂਡ ਨੇ ਦੇਖਣਾ ਹੈ ਵੀ ਕਿਹੜਾ ਵਜ਼ੀਰ ਬਣਨਾ ਤੇ ਕਿਹੜਾ ਨਹੀਂ ਬਣਨਾ। ਮੈਂ ਇਹਦੇ ਬਾਰੇ ਕੁਝ ਕਲੇਮ ਨਹੀਂ ਬਹੁਤਾ ਕਰ ਸਕਦਾ। ਜੇ ਲੋਕ ਪੁੱਛਣ ਕਿ ਜੇ ਤੁਸੀਂ ਦੁਬਾਰਾ ਕਾਂਗਰਸ ਦੀ ਸਰਕਾਰ ਬਣਾ ਲੈਂਦੇ ਹੋ ਤਾਂ ਕਿਹੜੇ ਇਹੋ ਜਿਹੇ ਵੱਡੇ ਕੰਮ ਹੋਣਗੇ ਜਿਹੜੇ ਆਉਂਦੇ ਸਾਰ ਫਿਰ ਤੁਸੀਂ ਕਰੋਗੇ? ਕਿਉਂਕਿ 17 ਦੇ ਵਿੱਚ ਜੋ ਕਿਹਾ ਸੀ ਉਹ ਪੂਰਾ ਨਹੀਂ ਹੋਇਆ। ਬੇਅਦਬੀ, ਬਰਗਾੜੀ ਦਾ ਇਨਸਾਫ ਨਹੀਂ ਮਿਲਿਆ, ਨਸ਼ੇ ਦੇ ਸੌਦਾਗਰਾਂ ਨੂੰ ਹੱਥ ਨਹੀਂ ਪਾਇਆ। ਹਾਲਾਂਕਿ ਆਖਰ ਦੇ ਵਿੱਚ ਆ ਕੇ ਭਾਵੇਂ FIR ਹੋ ਗਈ ਪਰ ਅਰੈਸਟ ਨਹੀਂ ਹੋ ਪਾਈ ਸੀਗੀ। ਦੇਖੋ, ਬੇਅਦਬੀ ਦਾ ਮਸਲਾ ਜਿਹੜਾ ਸੀ ਜਦੋਂ ਸਰਕਾਰ ਬਣੀ ਸੀ ਸ਼ੁਰੂ ਵਿੱਚ ਹੀ, ਜੇ ਉਹਨੂੰ ਸੀਰੀਅਸਲੀ ਟੈਕਲ ਕੀਤਾ ਜਾਂਦਾ ਤਾਂ ਬੜਾ ਵਧੀਆ ਹੋ ਸਕਦਾ ਸੀ। ਉਦੋਂ ਪਿੱਛੋਂ ਫਿਰ 5 ਸਾਲਾਂ ਪਿੱਛੋਂ 2.5 ਸਾਲ ਪਹਿਲਾਂ ਲੰਘੇ ਸੀ, ਜਿਹੜੇ ਸਬੂਤ ਵਗੈਰਾ ਸਨ ਸਭ ਕੁਝ ਖਤਮ ਹੋ ਚੁੱਕੇ ਸਨ। ਸੋ ਹੁਣ ਬੇਅਦਬੀ ਦਾ ਜਿਹੜਾ ਮਸਲਾ ਵਾ ਬਹੁਤ ਡਿਲੇ ਹੋ ਰਿਹਾ, ਬਹੁਤ ਡਿਲੇ ਹੋ ਰਿਹਾ ਵਾ।
ਸੋ ਦੇਖੋ ਸਰਕਾਰ ਆਵੇ ਤਾਂ ਕੋਈ ਕਸਰ ਨਹੀਂ ਛੱਡਣੀ ਚਾਹੀਦੀ, ਕਿਉਂਕਿ ਬੇਅਦਬੀ ਦਾ ਮਸਲਾ ਜ਼ਿੰਮੇਵਾਰੀ ਕੈਪਟਨ ਨੇ ਤੁਹਾਡੇ ਮੋਢਿਆਂ ਦੇ ਉੱਤੇ ਪਾ ਦਿੱਤੀ ਸੀ, ਜਾਂ ਕਹਿ ਲਓ ਕਿ ਤੁਹਾਨੂੰ ਅੱਗੇ ਕਰ ਦਿੱਤਾ ਸੀਗਾ ਕਿ ਜਾ ਕੇ ਧਰਨਾ ਚੁਕਾ ਕੇ ਆਓ। ਅਸੀਂ ਤਾਂ ਉਹਨਾਂ ਦੇ ਕਹਿਣ ਤੇ ਗਏ ਸੀਗੇ, ਧਰਨਾ ਵੀ ਚੁਕਾਇਆ ਸੀ, ਵਾਅਦਾ ਵੀ ਕਰਕੇ ਆਏ ਸੀ ਉਹਨਾਂ ਦੇ ਕਹਿਣ ਤੇ। ਜੋ ਉਹਨਾਂ ਨੇ ਆਖਿਆ ਸੀ ਉਹ ਜਾ ਕੇ ਅਸੀਂ ਉਹਨਾਂ ਵੀਰਾਂ ਨੂੰ ਆਖਿਆ ਸੀ, ਉਹਨਾਂ ਸਾਡੀ ਗੱਲ ਦਾ ਇਤਬਾਰ ਵੀ ਕੀਤਾ। ਪਰ ਮੁੜ ਕੇ ਚੀਫ ਮਿਨਿਸਟਰ ਉਹ ਸਨ, ਸਾਰੀ ਤਾਕਤ ਉਹਨਾਂ ਕੋਲ ਸੀ, ਅਸੀਂ ਤਾਂ ਕੁਝ ਵੀ ਨਹੀਂ ਸਾਂ। ਸੋ ਉਹ ਪਤਾ ਨਹੀਂ ਕਿਹੜੀ ਗੱਲੋਂ ਤੁਹਾਡੇ ਬੜੇ ਕਿਸੇ ਟਾਈਮ ਖਾਸ ਰਹੇ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਲੋਕ ਕਾਂਗਰਸ ਪਾਰਟੀ ਬਣਾ ਲਿੱਤੀ ਹੈ। ਹਾਕੀ ਤੇ ਬਾਲ ਉਹਨਾਂ ਦਾ ਸਿੰਬਲ ਹੈਗਾ, ਲੱਗਦਾ ਗੋਲ ਕਰ ਪਾਉਣਗੇ ਇਸ ਵਾਰੀ? ਨਹੀਂ ਜੀ, ਬੈਸਟ ਆਫ ਲੱਕ ਟੂ ਹਿਮ। ਇਹ ਤੇ ਉਹਨਾਂ ਦਾ ਕਿਸਮਤ ਹੈ, ਉਹਨਾਂ ਦੀ ਵਰਕਿੰਗ ਹੈ, ਪਰ ਆਈ ਡਾਊਟ ਇਟ। ਔਰ ਸੰਯੁਕਤ ਅਕਾਲੀ ਦਲ ਦੀ ਜੇਕਰ ਆਪਾਂ ਗੱਲ ਕਰਦੇ ਹੈਗੇ ਹਾਂ, ਅਲਾਈਅੰਸ ਇਹ ਤਿਕੜੀ ਕੀ ਲੱਗਦਾ ਹੈ? ਕਿਉਂਕਿ ਇਹ ਵੀ ਹੁੰਦਾ ਕਿ ਆਫਟਰ ਇਲੈਕਸ਼ਨਸ ਪੋਲ ਅਲਾਈਅੰਸ ਪੋਸਟ ਲਾਈਨਸ ਬਹੁਤ ਸਾਰੇ ਹੋ ਜਾਂਦੇ ਨੇ, ਖਰੀਦੋ ਫਰੋਖਤ ਦੇ ਵਿੱਚ ਵੈਸੇ ਵੀ ਭਾਜਪਾ ਮਾਹਰ ਮੰਨੀ ਜਾਂਦੀ ਹੈਗੀ ਹੈ। ਇਹੋ ਜਿਹਾ ਤੁਹਾਨੂੰ ਡਰ ਤਾਂ ਨਹੀਂ ਨਜ਼ਰ ਆਉਂਦਾ ਹੈਗਾ? ਪਤਾ ਨਹੀਂ ਜੀ, ਇਹ ਤਾਂ ਮੇਰਾ ਇਸੇ ਖਿਆਲ ਆ ਵੀ ਹੰਗ ਅਸੈਂਬਲੀ ਨਹੀਂ ਆਏਗੀ, ਬੜੀ ਵਧੀਆ ਕਾਂਗਰਸ ਕਲੀਅਰ ਮੈਂਡੇਟ ਰਹੂਗਾ ਇਸ ਵਾਰੀ? ਬਿਲਕੁਲ ਕਲੀਅਰ ਰਹੂਗਾ ਜੀ। ਤੁਸੀਂ ਸੈਟੀਸਫਾਈਡ ਹੈਗੇ ਹੋ ਆਪਣੀ ਸੀਟ ਦੇ ਉੱਤੇ, ਔਰ ਤਿਆਰੀਆਂ ਪੂਰੀਆਂ ਹੈਗੀਆਂ ਨੇ ਇੱਕ ਵਾਰ ਫਿਰ ਤੋਂ ਜਿੱਤ ਹਾਸਲ ਕਰਨ ਦੇ ਲਈ? ਬਿਲਕੁਲ ਜੀ, ਲੱਗੇ ਹੋਏ ਆ, ਆਪਣੇ ਪੂਰੇ ਜ਼ੋਰਾਂ ਨਾਲ ਲੱਗੇ ਆ। ਬਾਕੀ ਜੋ ਲੋਕ ਕਰਨਗੇ, ਜੋ ਅਕਾਲ ਪੁਰਖ ਕਰੇਗਾ, ਵਧੀਆ ਹੋਵੇਗਾ। ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ। ਤਾਂ ਤ੍ਰਿਪਤਰਿੰਦਰ ਸਿੰਘ ਬਾਜਵਾ ਪੰਜਾਬ ਦੇ ਸੀਨੀਅਰ ਲੀਡਰ ਨੇ, ਮਾਝਾ ਬ੍ਰਿਗੇਡ ਦੇ ਵਿੱਚ ਆਉਂਦੇ ਨੇ, ਔਰ ਦੇਖਣਾ ਹੋਊਗਾ ਇਸ ਵਾਰ ਲੋਕ ਇਹਨਾਂ ਦੇ ਕੰਮਾਂ ਦੇ ਉੱਤੇ ਦੁਬਾਰਾ ਭਰੋਸਾ ਜਤਾਉਂਦੇ ਨੇ ਔਰ ਇੱਕ ਵਾਰ ਫਿਰ ਤੋਂ ਇਹਨਾਂ ਨੂੰ ਜਿਤਾ ਕੇ ਮੰਤਰੀ ਬਣਾਉਂਦੇ ਨੇ, ਜਾਂ ਫਿਰ ਕੋਈ ਹੋਰ ਵੱਡਾ ਅਹੁਦਾ ਇਹਨਾਂ ਨੂੰ ਦਿਵਾਉਂਦੇ ਨੇ। ਕੈਮਰਾਮੈਨ ਗੁਰਸਿਮਰਨ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ,